ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਨਿਡਰ ਸੋਚ ਤੇ ਮੈਂ ਸੁਖਦੇਵ ਸਿੰਘ ਨਿੱਕੂਵਾਲ। ਪਿਆਰੇ ਦਰਸ਼ਕੋ, ਅਸੀਂ ਅੱਜ ਤੁਹਾਡੇ ਰੂਬਰੂ ਕਰਾਂਗੇ ਇੱਕ ਖਾਸ ਸ਼ਖਸੀਅਤ ਜੋ ਇੱਕ ਐਨਸੀਸੀ ਅਫਸਰ ਵੀ ਨੇ, ਸਮਾਜ ਸੇਵੀ ਨੇ, ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ। ਨਿਡਰ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਜੇ ਜਨਮ ਦੀ ਗੱਲ ਕੀਤੀ ਜਾਵੇ, ਚਾਹੇ ਪਿਛੋਕੜ, ਕਿਉਂਕਿ ਹਰ ਇੱਕ ਦਾ ਇੱਕ ਪਿਛੋਕੜ ਹੁੰਦਾ ਆ, ਕਿੱਥੋਂ ਦਾ ਤੁਹਾਡਾ ਜਿਹੜਾ ਜੰਪਲ, ਤੁਸੀਂ ਕਿੱਥੋਂ ਦੇ ਹੋ, ਕੀ ਪਿਛੋਕੜ ਹੈ ਜੀ? ਮੇਰਾ ਜਨਮ 13 ਜੂਨ 1973 ਸਾਡਾ ਪਿੰਡ ਹੈ ਗੜੀ ਸੈਣੀ ਉਸ ਸਥਾਨ 'ਤੇ ਮੇਰਾ ਜਨਮ ਹੋਇਆ। ਅਤੇ ਮੇਰੇ ਮੇਰੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਜੀ ਅਤੇ ਮਾਤਾ ਜੀ ਸ਼੍ਰੀਮਤੀ ਜਗਦੀਸ਼ ਕੌਰ ਦੋਨੋਂ ਕਿੱਤੇ ਵਜੋਂ ਅਧਿਆਪਕ ਸੀ। ਅਤੇ ਮੇਰੀਆਂ 2 ਛੋਟੀਆਂ ਭੈਣਾਂ ਨੇ ਅਤੇ ਦੋਨੋਂ ਵਿਆਹੀਆਂ ਹੋਈਆਂ ਨੇ, ਆਪਣੇ ਆਪਣੇ ਘਰਾਂ ਦੇ ਵਿੱਚ ਸੈਟਲ। ਜੇ ਗੱਲ ਬਚਪਨ ਦੀ ਕੀਤੀ ਜਾਵੇ ਅਤੇ ਸਿੱਖਿਆ ਦੀ ਕੀਤੀ ਜਾਵੇ, ਕਿੱਥੇ ਤੁਹਾਡਾ ਬਚਪਨ ਬੀਤਿਆ? ਕਿੱਥੇ, ਚਾਹੇ ਸਕੂਲੀ ਸਿੱਖਿਆ ਹੋਵੇ ਚਾਹੇ ਉੱਚ ਸਿੱਖਿਆ, ਉਹ ਕਿੱਥੋਂ ਤੱਕ ਤੁਸੀਂ ਕੀਤੀ ਹੈ ਅਤੇ ਕਿੱਥੋਂ ਕੀਤੀ ਪ੍ਰਾਪਤ? ਬਚਪਨ ਸਾਰਾ ਹੀ ਅਤੇ ਜਵਾਨੀ ਵੀ ਕਾਫੀ ਸਮਾਂ ਜਿਹੜਾ ਉਹ ਪਿੰਡ ਦੇ ਵਿੱਚ ਹੀ ਬੀਤਿਆ। ਅਤੇ ਮੇਰੀ ਜਿਹੜੀ ਮੁੱਢਲੀ ਸਿੱਖਿਆ 5ਵੀਂ ਤੱਕ ਮੈਂ SD ਸਕੂਲ ਚਮਕੌਰ ਸਾਹਿਬ ਦੇ ਵਿੱਚ ਪੜ੍ਹਿਆ, ਅਤੇ ਉਸ ਤੋਂ ਬਾਅਦ 10ਵੀਂ ਮੈਂ ਸਰਕਾਰੀ ਹਾਈ ਸਕੂਲ ਬੇਲਾ ਦੇ ਵਿੱਚ ਕੀਤੀ ਹੈ। ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਮੈਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਉੱਥੋਂ ਮੇਰੀ ਗ੍ਰੈਜੂਏਸ਼ਨ ਹੈ। ਅਤੇ ਉਸ ਤੋਂ ਬਾਅਦ MA ਪੋਲੀਟੀਕਲ ਸਾਇੰਸ ਜਿਹੜੀ ਆ ਮੈਂ ਸਰਕਾਰੀ ਕਾਲਜ ਰੋਪੜ ਤੋਂ ਕੀਤੀ ਹੈ। ਅਤੇ ਉਸ ਤੋਂ ਬਾਅਦ B.Ed ਮੈਂ ਜੰਮੂ ਯੂਨੀਵਰਸਿਟੀ ਤੋਂ ਕੀਤੀ। ਸਰ, ਸਿੱਖਿਆ ਦੇ ਖੇਤਰ ਨੂੰ ਤੁਸੀਂ ਚੁਣਿਆ, ਮਤਲਬ ਕਿਸੇ ਤੋਂ ਪ੍ਰਭਾਵਿਤ ਹੋ ਕੇ ਕਦੋਂ ਸਬਬ ਬਣਿਆ ਅਤੇ ਕਿਸ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਆਏ ਜੀ? ਸਿੱਖਿਆ ਦੇ ਖੇਤਰ ਦੇ ਵਿੱਚ ਆਉਣ ਦਾ, ਕਿਉਂਕਿ ਘਰ ਦੇ ਵਿੱਚ ਮੇਰੇ ਮਾਤਾ ਪਿਤਾ ਦੋਨੋਂ ਹੀ ਅਧਿਆਪਕ ਸੀ ਕਿੱਤੇ ਵਜੋਂ, ਅਤੇ ਉਹਨਾਂ ਨੂੰ ਦੇਖ ਕੇ ਹੀ ਹੌਲੀ ਹੌਲੀ ਇਸ ਪਾਸੇ ਨੂੰ ਆਉਣ ਦਾ ਰੁਝਾਨ ਜਿਹੜਾ ਹੈਗਾ ਉਹ ਬਣਦਾ ਗਿਆ। ਅਤੇ ਘਰ ਦੇ ਵਿੱਚ ਮਾਹੌਲ ਵੀ ਕੁਛ ਇੱਦਾਂ ਦਾ ਸੀਗਾ ਕਿ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਹੌਲੀ ਹੌਲੀ ਮੈਂ ਵੀ ਅਧਿਆਪਕ ਵਾਲੇ ਕਿੱਤੇ ਨੂੰ, ਅਧਿਆਪਨ ਵਾਲੇ ਕਿੱਤੇ ਨੂੰ ਚੁਣ ਲਿਆ। ਅਨੰਦਪੁਰ ਸਾਹਿਬ ਦੀ ਜਿਹੜੀ ਸਭ ਤੋਂ ਇੱਕ ਪੁਰਾਣੀ ਸੰਸਥਾ, 125 ਸਾਲ ਪੁਰਾਣੀ ਸੰਸਥਾ ਹੈ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਉਹਦੇ ਨਾਲ ਜੁੜਨ ਦਾ ਸਬਬ ਤੁਹਾਡਾ ਕਦੋਂ ਬਣਿਆ ਜੀ? ਇਹ 2000 ਦੀ ਗੱਲ ਹੈ ਜੀ। ਸੰਨ 2000 ਦੇ ਵਿੱਚ ਇੱਥੇ ਪੋਸਟਾਂ ਨਿਕਲੀਆਂ ਸੀਗੀਆਂ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ। ਅਤੇ ਉਸ ਤੋਂ ਪਹਿਲਾਂ, ਜਿਵੇਂ ਮੈਂ ਅਕਸਰ ਗੱਲ ਕਰਦਾ ਹੁੰਦਾ, ਕਿ ਉਸ ਤੋਂ ਪਹਿਲਾਂ ਤਾਂ ਅਸੀਂ ਤਖ਼ਤ ਸਾਹਿਬ ਦੇ ਉੱਤੇ ਦਰਸ਼ਨ ਮੇਲੇ ਕਰਨ ਵਾਸਤੇ ਕਿਤੇ ਸਾਲ ਛਮਾਹੀ ਆਉਂਦੇ ਹੁੰਦੇ ਸੀਗੇ। ਅਤੇ ਪਰ ਪਰਮਾਤਮਾ ਨੇ ਇੱਥੋਂ ਦਾ ਅੰਜਲ ਜਿਹੜਾ ਉਹ ਲਿਖਿਆ ਹੋਇਆ ਸੀ। ਅਤੇ ਫਿਰ ਮੇਰੀ ਇੱਥੇ ਬਤੌਰ SS ਮਾਸਟਰ ਅਤੇ NCC ਅਫਸਰ 1/9/2000 ਦੀ ਮੇਰੀ ਇੱਥੇ ਖਾਲਸਾ ਸਕੂਲ ਦੇ ਵਿੱਚ ਜੁਆਇਨਿੰਗ ਹੈ। ਅਤੇ ਮੇਰਾ ਪ੍ਰੋਫੈਸ਼ਨ, ਮੇਰੀ ਨੌਕਰੀ ਜਿਹੜੀ ਆ ਉਹ ਮੈਨੂੰ ਅਨੰਦਪੁਰ ਸਾਹਿਬ ਲੈ ਕੇ ਆਈ। NCC ਅਫਸਰ ਦੀ ਤੁਸੀਂ ਗੱਲ ਕੀਤੀ, ਕਦੋਂ ਜਿਹੜਾ NCC ਅਫਸਰ ਦੇ ਨਾਲ ਜੁੜਨ ਦਾ ਜਿਹੜਾ ਤੁਹਾਡਾ ਸਬਬ ਬਣਿਆ ਜੀ? ਕਿਵੇਂ, ਮਤਲਬ ਕਿਵੇਂ ਦਾ ਐਕਸਪੀਰੀਅੰਸ ਹੈ ਜੀ? ਇਹ ਚੇਟਕ ਜਿਹੜੀ ਹੈ ਮੈਨੂੰ ਸ਼ੁਰੂ ਤੋਂ ਹੀ ਸੀਗੀ। ਮੈਂ ਜਦੋਂ ਕਾਲਜ ਦੇ ਵਿੱਚ ਵੀ ਪੜ੍ਹਦਾ ਰਿਹਾ, ਬੇਲੇ ਕਾਲਜ ਦੇ ਵਿੱਚ, ਅਤੇ ਮੇਰੇ ਉਸਤਾਦ ਜੀ ਨੇ ਅਤੇ ਹੁਣ ਪ੍ਰਿੰਸੀਪਲ ਨੇ ਸੁਰਮੁਖ ਸਿੰਘ ਜੀ ਬੇਲਾ ਕਾਲਜ ਦੇ ਵਿੱਚ, ਮੇਰੇ ਉਹਨਾਂ ਦੇ ਨਾਲ ਬੜੇ ਵਧੀਆ ਸੰਬੰਧ ਰਹੇ ਆ। ਅਤੇ ਉਹਨਾਂ ਨੇ ਬਹੁਤ ਸਾਨੂੰ ਗਾਈਡ ਕੀਤਾ। ਸਾਰੇ ਪ੍ਰੋਫੈਸਰ ਸਾਹਿਬਾਨ ਜਿਹੜੇ ਬੇਲੇ ਕਾਲਜ ਦੇ ਆ ਉਹਨਾਂ ਨੇ ਗਾਈਡ ਕੀਤਾ। ਅਤੇ ਉਹਨਾਂ ਦੇ ਅਧੀਨ ਮੈਂ ਮੇਜਰ ਸੁਰਮੁਖ ਸਿੰਘ ਕਹਾਂਗਾ ਮੈਂ, ਕਿਉਂਕਿ NCC ਅਫਸਰ ਸੀਗੇ। ਅਤੇ ਮੈਂ C ਸਰਟੀਫਿਕੇਟ ਉੱਥੋਂ ਪਾਸ ਕੀਤਾ ਗ੍ਰੈਜੂਏਸ਼ਨ ਦੇ ਨਾਲ, ਆਪਣੀ BA ਦੇ ਨਾਲ। ਅਤੇ ਇੱਕ ਕੁਦਰਤੀ ਇੱਕ ਲਗਾਵ ਜਿਹਾ ਸੀ ਵਰਦੀ ਦੇ ਨਾਲ, ਡਿਫੈਂਸ ਦੇ ਨਾਲ। ਅਤੇ ਜਦੋਂ ਮੈਂ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੋਸਟ ਦੇ ਲਈ ਅਪਲਾਈ ਕੀਤਾ, ਅਤੇ ਇੱਥੇ ਪਹਿਲਾਂ NCC ਅਫਸਰ ਸੀਗੇ ਸਰਦਾਰ ਨਰਿੰਦਰ ਸਿੰਘ ਜੀ ਰਾਣਾ, ਜਿਹੜੇ ਕਿ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ ਆ, ਉਹ ਪਦੋन्नत ਹੋ ਕੇ ਪ੍ਰਿੰਸੀਪਲ ਬਣ ਗਏ ਸੀ। ਅਤੇ ਉਹਨਾਂ ਦੇ ਵਾਲੀ ਪੋਸਟ ਜਿਹੜੀ ਉਹ NCC ਅਫਸਰ ਵਾਲੀ ਖਾਲੀ ਸੀ। ਅਤੇ ਮੇਰੇ ਕੋਲ C ਸਰਟੀਫਿਕੇਟ ਸੀ। ਅਤੇ C ਸਰਟੀਫਿਕੇਟ ਹੋਣ ਕਰਕੇ ਫਾਇਦਾ ਇਹ ਸੀ ਕਿ ਮੈਨੂੰ ਜਿਹੜਾ 3 ਮਹੀਨੇ ਦਾ ਕਮਿਸ਼ਨ ਕੋਰਸ ਹੁੰਦਾ, ਮੈਨੂੰ ਉਹ ਨਹੀਂ ਕਰਨਾ ਪਿਆ, ਮੈਨੂੰ ਉਹ ਤੋਂ ਛੋਟ ਮਿਲ ਗਈ। ਅਤੇ ਮੇਰੀ ਡਾਇਰੈਕਟ ਜਿਹੜੀ ਆ ਉਹ ਬਤੌਰ ਅਫਸਰ ਜਿਹੜੀ ਆ ਉਹ ਨਿਯੁਕਤੀ ਹੋਈ। ਗੱਲ ਤੁਸੀਂ NCC ਦੀ ਕੀਤੀ, ਅਤੇ ਜੇਕਰ ਗੱਲ NCC ਦੇ ਵਿੱਚ ਕੀਤੀ ਜਾਵੇ ਬਟਾਲੀਅਨ ਦੀ, ਜਿਹੜੀ ਤੁਹਾਡੇ ਸਕੂਲ ਵਿੱਚ ਚੱਲਦੀ, ਕਿਹੜੀ ਬਟਾਲੀਅਨ ਹੈ ਅਤੇ ਵਿਦਿਆਰਥੀਆਂ ਨੂੰ NCC ਦਾ ਕੀ ਲਾਭ ਹੁੰਦਾ ਜੀ? ਸਾਡੇ ਸਕੂਲ ਦੇ ਵਿੱਚ ਅਸੀਂ 1952 ਤੋਂ ਸਾਡੇ ਸਕੂਲ ਦੇ ਵਿੱਚ NCC ਚੱਲ ਰਹੀ ਹੈ। ਪਹਿਲਾਂ ਸਰਦਾਰ ਇਕਬਾਲ ਸਿੰਘ ਜੀ ਤਕਰੀਬਨ 22 ਸਾਲ ਉਹਨਾਂ ਨੇ ਬਤੌਰ NCC ਅਫਸਰ ਕੰਮ ਕੀਤਾ। ਉਸ ਤੋਂ ਬਾਅਦ ਫਿਰ ਪ੍ਰਿੰਸੀਪਲ ਸਰਦਾਰ ਨਰਿੰਦਰ ਸਿੰਘ ਰਾਣਾ, ਉਹ 22-23 ਸਾਲ ਉਹ NCC ਅਫਸਰ ਰਹੇ। ਤਕਰੀਬਨ 21 ਸਾਲ ਹੁਣ ਮੈਨੂੰ ਵੀ NCC ਅਫਸਰ ਦੇ ਤੌਰ 'ਤੇ ਕੰਮ ਕਰਦੇ ਹੋ ਗਏ ਆ। ਅਤੇ ਸਾਡੀ ਪਹਿਲਾਂ ਸੀ 3 ਪੰਜਾਬ ਬਟਾਲੀਅਨ, ਪਰ ਬਾਅਦ ਦੇ ਵਿੱਚ ਨਵੀਂ ਬਟਾਲੀਅਨ ਖੜੀ ਹੋਈ ਹੈ। 23 ਪੰਜਾਬ ਬਟਾਲੀਅਨ ਦੇ ਅੰਡਰ ਸਾਡੀ ਜਿਹੜੀ ਹੈ ਹੁਣ ਸੰਸਥਾ ਇਹ ਆਉਂਦੀ ਹੈ। ਅਤੇ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਵਧੀਆ ਸਵਾਲ ਹੈ ਤੁਹਾਡਾ ਕਿ NCC ਦਾ ਫਾਇਦਾ ਕੀ ਹੈ ਬੱਚਿਆਂ ਨੂੰ। ਸਾਡੀ ਅਨੰਦਪੁਰ ਸਾਹਿਬ ਦੀ ਬੈਲਟ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਇਲਾਕੇ ਦੇ ਬੱਚਿਆਂ ਦੇ ਵਿੱਚ ਬਹੁਤ ਕਰੇਜ਼ ਹੈ ਭਾਰਤੀ ਫੌਜ ਨੂੰ ਜੁਆਇਨ ਕਰਨ ਦੀ।
ਤੇ ਆਪਾਂ ਦੇਖਦੇ ਹਾਂ ਕਿ ਅਕਸਰ ਬੱਚੇ ਜਿਹੜੇ ਆ ਉਹ ਬਹੁਤ ਮਿਹਨਤ ਵੀ ਕਰਦੇ ਆ, ਸਰੀਰਕ ਤੌਰ ਤੇ ਸਾਡੇ ਬੱਚੇ ਬੜੇ ਰਿਸ਼ਟ-ਪੁਸ਼ਟ ਹੈ। ਸੋ ਐਨਸੀਸੀ ਦੇ ਨਾਲ ਜਿਹੜੇ ਬੱਚੇ ਫੌਜ ਦੇ ਵਿੱਚ ਜਾਣ ਦੇ ਚਾਹਵਾਨ ਆ, ਉਹਨਾਂ ਦੇ ਲਈ ਇੱਕ ਅਲੱਗ ਰਸਤਾ ਖੁੱਲ੍ਹਦਾ ਹੈ। ਖਾਸ ਕਰਕੇ ਜਿਵੇਂ ਜੇ ਮੈਂ ਸਕੂਲ ਦੀ ਗੱਲ ਕਰਾਂ ਤਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਸਰਟੀਫਿਕੇਟ ਮਿਲਦਾ ਜਿਹਦਾ ਜੇਕਰ ਕੋਈ ਬੱਚਾ ਫੌਜ ਦੇ ਵਿੱਚ ਸਿਪਾਹੀ ਭਰਤੀ ਹੋਣ ਜਾਂਦਾ ਤਾਂ ਉਹਨੂੰ 5 ਨੰਬਰ ਜਿਹੜੇ ਆ ਉਹ ਐਕਸਟਰਾ ਮਿਲਦੇ ਆ। ਤੇ ਜਿਹੜੇ ਬੱਚੇ ਨੇ 20 ਸਰਟੀਫਿਕੇਟ ਕੀਤਾ ਹੁੰਦਾ, 20 ਸਰਟੀਫਿਕੇਟ ਕਾਲਜ ਦੇ ਵਿੱਚ ਹੁੰਦਾ, ਉਸ ਵਿਦਿਆਰਥੀ ਨੂੰ 10 ਨੰਬਰ ਐਕਸਟਰਾ ਮਿਲਦੇ ਆ। ਤੇ ਜਿਹੜੇ ਵਿਦਿਆਰਥੀ ਨੇ C ਸਰਟੀਫਿਕੇਟ ਕੀਤਾ ਹੁੰਦਾ ਉਹਦੇ ਲਈ ਰਿਟਨ ਐਗਜ਼ਾਮ ਦੀ ਮਾਫੀ ਹੁੰਦੀ ਹੈ ਸਿਪਾਹੀ ਭਰਤੀ ਹੋਣ ਵਾਸਤੇ, ਉਹਦੇ 100 ਦੇ ਵਿੱਚੋਂ 100 ਨੰਬਰ ਲੱਗ ਜਾਂਦੇ ਆ। ਤੇ ਇਸ ਤੋਂ ਇਲਾਵਾ ਜਿਹੜੇ ਬੱਚੇ ਨੇ ਐਨਸੀਸੀ ਦਾ C ਸਰਟੀਫਿਕੇਟ A ਜਾਂ B ਗ੍ਰੇਡ ਦੇ ਵਿੱਚ ਪਾਸ ਕੀਤਾ ਹੋਇਆ, ਉਹ ਐਨਸੀਸੀ ਦੀ ਇੱਕ ਸਪੈਸ਼ਲ ਐਂਟਰੀ ਹੈ ਜਿਹਦੇ ਵਿੱਚ ਉਹ OTA ਦੇ ਵਿੱਚ ਜਾ ਸਕਦਾ ਬੱਚਾ। ਉਹਦੇ ਕੋਲ ਇੱਕ ਸੁਨਹਿਰਾ ਚਾਂਸ ਹੁੰਦਾ ਹੈ, ਸੁਨਹਿਰਾ ਮੌਕਾ ਹੁੰਦਾ ਕਿ ਉਹ OTA ਦੇ ਵਿੱਚ ਜਾ ਸਕਦਾ ਤੇ ਇੱਕ ਕਮਿਸ਼ਨਡ ਆਫੀਸਰ ਦੇ ਤੌਰ ਤੇ, ਲੈਫਟੀਨੈਂਟ ਦੇ ਤੌਰ ਤੇ ਉਹ ਸਿਲੈਕਟ ਹੋ ਸਕਦਾ। ਤੇ ਇੱਕ ਹੁਣੇ ਹੀ ਭਾਰਤ ਸਰਕਾਰ ਨੇ ਇੱਕ ਹੋਰ ਬਹੁਤ ਵਧੀਆ ਹੁਣੇ ਇੱਕ ਇਨੀਸ਼ੀਏਟਿਵ ਲਿਆ, ਉਹਦੇ ਵਿੱਚ ਭਾਰਤ ਸਰਕਾਰ ਨੇ ਇਹ ਗੱਲ ਕੀਤੀ ਹੈ, ਰਾਜਾਂ ਨੂੰ ਵੀ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਜਿਵੇਂ ਆਪਣੇ ਪੰਜਾਬ ਪੁਲਿਸ ਹੈ, ਇਸ ਤੋਂ ਇਲਾਵਾ ਜਿਵੇਂ ਪੈਰਾਮਿਲਟਰੀ ਫੋਰਸਿਸ ਨੇ ਜਿਨ੍ਹਾਂ ਦੇ ਵਿੱਚ CRPF ਆ ਜਾਂਦੀ ਹੈ, BSF ਆ ਜਾਂਦੀ ਹੈ, CISF ਆ ਜਾਂਦੀ ਹੈ, ਕਿ ਇਹਨਾਂ ਫੋਰਸਿਸ ਦੇ ਵਿੱਚ ਵੀ ਜਦੋਂ ਤੁਸੀਂ ਭਰਤੀ ਕਰਦੇ ਹੋ ਤਾਂ ਜਿਹੜੇ ਬੱਚੇ NCC ਦਾ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਕੋਈ ਹੈ, ਉਹਨਾਂ ਬੱਚਿਆਂ ਨੂੰ ਵੇਟੇਜ ਦਿੱਤੀ ਜਾਵੇ, ਉਹਨਾਂ ਬੱਚਿਆਂ ਨੂੰ ਪਹਿਲ ਦਿੱਤੀ ਜਾਵੇ, ਉਹਨਾਂ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਾਧੂ ਅੰਕ ਜਿਹੜੇ ਆ ਉਹ ਦਿੱਤੇ ਜਾਣ ਤਾਂ ਜੋ ਬੱਚੇ ਆ ਜਿਹੜੇ ਉਹ ਫੌਜ ਦੇ ਵਿੱਚ ਵੀ ਜਾਣ, ਪੈਰਾਮਿਲਟਰੀ ਫੋਰਸਿਸ ਦੇ ਵਿੱਚ ਵੀ ਜਾਣ, ਔਰ ਨਾਲ ਦੀ ਨਾਲ ਜਿਹੜੀਆਂ ਜਿਵੇਂ ਸਾਡੀ ਪੰਜਾਬ ਪੁਲਿਸ ਹੈ ਇਹਦੇ ਵਿੱਚ ਵੀ ਜਿਹੜੇ ਬੱਚੇ ਹੈ ਉਹਨਾਂ ਨੂੰ NCC ਦਾ ਫਾਇਦਾ ਮਿਲ ਸਕੇ। ਮਤਲਬ ਕਿ NCC ਦਾ ਫਾਇਦਾ ਬਹੁਤ ਹੈ। ਤੁਸੀਂ ਸਿੱਖਿਆ ਬਾਰੇ ਦੱਸ ਦਿੱਤਾ ਵੀ ਤੁਸੀਂ ਕਿਸ ਤਰੀਕੇ ਨਾਲ ਸਿੱਖਿਆ ਦੇ ਖੇਤਰ ਵਿੱਚ ਆਏ ਹੋ, NCC ਦਾ ਦੱਸ ਦਿੱਤਾ। ਸਰ, ਗੀਤਕਾਰੀ ਤੇ ਗਾਇਕੀ ਦੇ ਵਿੱਚ ਤੁਸੀਂ ਹੱਥ ਜਮਾਇਆ, ਕਿਵੇਂ ਦਾ ਤੁਹਾਡਾ ਤਜਰਬਾ ਰਿਹਾ ਸੀਗਾ? ਗਾਇਕੀ ਦੀ ਜੇ ਗੱਲ ਕਰੀਏ ਤਾਂ ਬੇਸ਼ੱਕ ਮੈਂ ਕੋਈ ਰਸਮੀ ਸਿੱਖਿਆ ਤਾਂ ਨਹੀਂ ਲਈ ਹੈ ਇਸ ਮਾਮਲੇ ਦੇ ਵਿੱਚ, ਪਰ ਬਚਪਨ ਤੋਂ ਸ਼ੌਕ ਸੀ। ਪਿੰਡ ਦੇ ਵਿੱਚ ਮੈਨੂੰ ਗਾਉਣ ਦਾ ਸ਼ੌਕ ਸੀ ਤੇ ਸਾਡੇ ਘਰ ਦੇ ਸਾਹਮਣੇ ਪਿੱਪਲ, ਉੱਥੇ ਬਜ਼ੁਰਗ ਬੈਠੇ ਹੁੰਦੇ ਸੀ, ਉਹ ਮੈਨੂੰ ਦੁਪਹਿਰ ਨੂੰ ਆਪਣੇ ਕੋਲ ਸੱਦ ਲੈਂਦੇ ਹੁੰਦੇ ਸੀ, ਤਾਸ਼ ਖੇਡਦੇ ਹੁੰਦੇ ਸੀ ਤੇ ਉਹਨਾਂ ਨੂੰ ਮੈਂ ਫਿਰ ਜਿਉਣੇ ਮੋੜ ਦਾ ਕਿੱਸਾ ਉਸ ਸਮੇਂ ਸੁਣਾਉਂਦਾ ਹੁੰਦਾ ਸੀ। ਤੇ ਇਹ ਉਸ ਤੋਂ ਬਾਅਦ ਫਿਰ ਸਕੂਲ ਦੇ ਵਿੱਚ ਵੀ ਤੇ ਕਾਲਜ ਦੇ ਵਿੱਚ ਵੀ ਇਹ ਸ਼ੌਕ ਸੀ ਜਿਹੜਾ ਨਾਲ ਦੀ ਨਾਲ ਚੱਲਦਾ ਰਿਹਾ। ਮੈਂ ਹੋਰ ਕਾਲਜ ਦੇ ਵਿੱਚ ਵੀ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਮੈਂ ਉਹਨਾਂ ਦੇ ਵਿੱਚ ਭਾਗ ਲੈਂਦਾ ਰਿਹਾ, ਇਹ ਸ਼ੌਕ ਮੇਰਾ ਚੱਲਦਾ ਰਿਹਾ। ਤੇ ਫਿਰ ਕੁਛ ਦੇਰ ਦੇ ਲਈ ਇਹ ਸ਼ੌਕ ਥੋੜ੍ਹਾ ਦਬ ਗਿਆ ਸੀ ਤੇ ਫਿਰ ਸੋਚਿਆ ਕਿ ਕਿਉਂ ਨਾ ਕੁਛ ਥੋੜ੍ਹਾ ਚੰਗਾ ਕੀਤਾ ਜਾਵੇ, ਕੋਈ ਇੱਕ ਸੁਨੇਹਾ ਜਿਹੜਾ ਗੀਤਾਂ ਦੇ ਜ਼ਰੀਏ ਦਿੱਤਾ ਜਾਵੇ ਲੋਕਾਂ ਨੂੰ। ਸੋ ਉਸੇ ਸੰਬੰਧ ਦੇ ਵਿੱਚ ਮੇਰੇ 2 ਗੀਤ ਜਿਹੜੇ ਉਹ ਰਿਕਾਰਡ ਹੋਏ ਆ, ਜਿਹਦੇ ਵਿੱਚ ਇੱਕ ਗਾਣਾ ਤਾਂ ਮੇਰਾ ਸੜਕ ਸੁਰੱਖਿਆ ਦੇ ਉੱਤੇ ਆ, ਜ਼ਿੰਦਗੀ, ਤੇ ਦੂਸਰਾ ਸਵੱਛ ਭਾਰਤ ਅਭਿਆਨ ਦੇ ਉੱਤੇ ਹੈਗਾ। ਤੇ ਹੋਰ ਵੀ ਕਈ ਗਾਣੇ ਮੈਂ ਲਿਖੇ ਹੋਏ ਆ ਤੇ ਸੋਚ ਰਿਹਾ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਰਿਕਾਰਡ ਕਰਾਂਗਾ, ਜਿਹਦੇ ਵਿੱਚ ਨਸ਼ਿਆਂ ਦੇ ਉੱਤੇ ਇੱਕ ਬੜਾ ਵਧੀਆ ਗਾਣਾ ਮੈਂ ਲਿਖਿਆ ਹੋਇਆ ਤੇ ਉਹ ਕੰਪੋਜ਼ ਵੀ ਕੀਤਾ ਹੋਇਆ, ਉਹਨੂੰ ਰਿਕਾਰਡ ਕਰਾਂਗਾ ਆਉਣ ਵਾਲੇ ਸਮੇਂ ਦੇ ਵਿੱਚ। ਤੇ ਜਿਵੇਂ ਹੁਣ ਕਰੋਨਾ ਦੀ ਮਹਾਮਾਰੀ ਜਿਹੜੀ ਚਾਰੇ ਪਾਸੇ ਫੈਲੀ ਹੋਈ ਹੈ, ਇਸ ਸਮੇਂ ਦੇ ਦੌਰਾਨ ਵੀ 2-3 ਗੀਤ ਜਿਹੜੇ ਆ ਉਹ ਮੈਂ ਲਿਖੇ ਆ ਤੇ ਗਾਏ ਆ ਤੇ ਇੱਕ ਸੰਦੇਸ਼ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਰੋਨਾ ਤੋਂ ਆਪਾਂ ਕਿਵੇਂ ਬਚਣਾ ਹੈ, ਕਿਵੇਂ ਇਹ ਲੜਾਈ ਲੜਨੀ ਹੈ ਤੇ ਕਿਵੇਂ ਇਸ ਲੜਾਈ ਨੂੰ ਜਿੱਤਣਾ। ਜੇਕਰ ਕੋਈ 2 ਸਤਰਾਂ ਚਾਹੇ ਗੀਤ ਦੀਆਂ, ਚਾਹੇ ਕਵਿਤਾ, ਚਾਹੇ ਗਜ਼ਲ ਜਿਹੜੇ ਤੁਸੀਂ ਲਿਖੀਆਂ ਹੋਣ, ਸੁਣਾਉਣਾ ਚਾਹੋ ਜੀ। ਹਾਂਜੀ, ਮੈਂ ਹੁਣੇ ਹੀ ਕਰੋਨਾ ਦੇ ਉੱਤੇ ਇੱਕ ਇਹ ਕਹਿ ਲਓ ਤੁਸੀਂ ਹੌਸਲਾ ਵਧਾਉਣ ਦੇ ਲਈ ਹੈ ਨਾ, ਵੀ ਆਪਾਂ ਹਿੰਮਤ ਨਾ ਹਾਰੀਏ, ਕਿਉਂਕਿ ਅਸੀਂ ਗੁਰੂਆਂ ਦੀ ਧਰਤੀ ਦੇ ਉੱਤੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਬੈਠੇ ਹਾਂ ਤੇ ਇੱਥੋਂ ਜਿਹੜੀ ਸ਼ਕਤੀ ਮਿਲੀ ਹੈ ਸਾਨੂੰ, ਉਹ ਸ਼ਕਤੀ ਇਹੀ ਕਹਿੰਦੀ ਹੈ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ, ਹਮੇਸ਼ਾ ਹੌਸਲੇ ਬੁਲੰਦ ਰੱਖਣੇ ਚਾਹੀਦੇ ਤੇ ਜਿਹਦੇ ਹੌਸਲੇ ਬੁਲੰਦ ਹੁੰਦੇ ਉਹਦੀ ਜਿੱਤ ਵੀ ਹੁੰਦੀ ਹੈ। ਤੇ ਇਹ ਇੱਕ ਸੁਨੇਹਾ ਜਿਹੜਾ ਮੈਂ ਉਹ 4 ਸਤਰਾਂ ਮੈਂ ਲਿਖੀਆਂ, ਅਜੇ ਪੂਰਾ ਨਹੀਂ ਹੋਇਆ, ਮਤਲਬ ਥੋੜ੍ਹਾ ਮੁਖੜਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ। ਭੀੜ ਪੈ ਗਈ ਤਾਂ ਨਹੀਂ ਹੈ ਮੈਦਾਨ ਛੱਡਣਾ, ਅਸੀਂ ਸ਼ੇਰਾਂ ਵਾਂਗੂ ਰਣ ਵਿੱਚ ਹੈ ਡਟਣਾ, ਬਸ ਬੂਹੇ ਨਾ ਉਮੀਦਾਂ ਵਾਲੇ ਬੰਦ ਰੱਖਿਓ, ਜਿੱਤ ਹੋਵੇਗੀ ਜ਼ਰੂਰ ਜਾਰੀ ਜੰਗ ਰੱਖਿਓ, ਜਿੱਤ ਹੋਵੇਗੀ ਜ਼ਰੂਰ ਜਾਰੀ ਜੰਗ ਰੱਖਿਓ। ਬਹੁਤ ਵਧੀਆ ਲਿਖਦੇ ਹੋ ਸਰ। ਜੇ ਹੁਣ ਅੱਗੇ ਤੁਰੀਏ ਤਾਂ ਮਤਲਬ ਸਾਈਕਲਿੰਗ ਐਸੋਸੀਏਸ਼ਨ ਦੇ ਤੁਸੀਂ ਪ੍ਰਧਾਨ ਹੋ, ਕਿਵੇਂ ਮਨ ਵਿੱਚ ਆਇਆ ਵੀ ਸਾਈਕਲ ਐਸੋਸੀਏਸ਼ਨ ਬਣਨੀ ਚਾਹੀਦੀ ਹੈ? ਸੁਖਦੇਵ ਜੀ, ਇਹ ਗੱਲ ਬੜੀ ਪੁਰਾਣੀ ਹੈ, ਜਿੱਥੇ ਤੱਕ ਮੈਨੂੰ ਮੈਂ ਜੇ ਥੋੜ੍ਹਾ ਜਿਹਾ ਆਪਣੀਆਂ ਯਾਦਾਂ ਦੇ ਵਿੱਚ ਜਾਵਾਂ, ਤਕਰੀਬਨ 10-15 ਸਾਲ ਪੁਰਾਣੀ ਗੱਲ ਹੈ। ਸਭ ਤੋਂ ਪਹਿਲਾਂ ਮੈਂ ਤਾਂ ਵੈਸੇ ਥੋੜ੍ਹਾ ਵਰਕਆਊਟ ਦੇ ਲਈ
ਥੋੜ੍ਹੀ ਕਸਰਤ ਕਰਨ ਦੇ ਲਈ ਸਾਈਕਲਿੰਗ ਸ਼ੁਰੂ ਕੀਤੀ ਸੀ। ਅਤੇ ਸ਼ੁਰੂਆਤ ਦੇ ਵਿੱਚ ਮੇਰਾ ਦੋਸਤ ਸੀ ਕਮਲਦੀਪ ਸਿੰਘ ਡਿੰਪੀ, ਅਸੀਂ ਦੋਨੇ ਜਣੇ ਸਾਈਕਲਿੰਗ ਕਰਦੇ ਹੁੰਦੇ ਸੀ, ਸਾਈਕਲ ਚਲਾਉਂਦੇ ਹੁੰਦੇ ਸੀਗੇ। ਅਤੇ ਹੌਲੀ ਹੌਲੀ ਉੱਥੋਂ ਵਿਚਾਰ ਬਣਦਾ ਗਿਆ ਵੀ ਕਿਉਂ ਨਾ ਇੱਕ ਇੱਦਾਂ ਦਾ ਪਲੇਟਫਾਰਮ ਜਿਹੜਾ ਹੈਗਾ ਉਹ ਆਪਾਂ ਬਣਾਈਏ ਵੀ ਜਿੱਥੇ ਜਿਹੜੇ ਕਸਰਤ ਕਰਨ ਦੇ ਸ਼ੌਕੀਨ ਹੈਗੇ ਆ ਵੀ ਉਹ ਇੱਕ ਆਪਾਂ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ। ਅਤੇ ਹੌਲੀ ਹੌਲੀ ਵਿਚਾਰ ਬਣਿਆ। ਮੇਰੇ ਨਾਲ ਮੇਰੇ ਜਿਹੜੇ ਦੋਸਤ ਸੀਗੇ, ਮੈਂ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਅਜੇ ਬੈਂਸ ਨੇ, ਸਾਡੀ ਐਸੋਸੀਏਸ਼ਨ ਦੇ ਸਕੱਤਰ ਵੀ ਹੈ, ਉਹ ਫਾਊਂਡਰ ਮੈਂਬਰ ਨੇ ਸਾਡੇ, ਡਾਕਟਰ ਭਰਤ ਜਸਵਾਲ ਜੀ ਨੇ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਹੋਇਆ। ਹੋਰ ਕਈ ਸਾਡੇ ਸਾਥੀ, ਮੈਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਫਿਰ ਸਾਰਿਆਂ ਦੀ ਸਹਿਮਤੀ ਦੇ ਨਾਲ ਅਸੀਂ ਇਸ ਨਤੀਜੇ ਦੇ ਉੱਤੇ ਪੁੱਜੇ ਕਿ ਸਾਨੂੰ ਇੱਕ ਸਾਈਕਲਿੰਗ ਐਸੋਸੀਏਸ਼ਨ ਜਿਹੜੀ ਉਹ ਫਾਰਮ ਕਰਨੀ ਚਾਹੀਦੀ ਹੈ। ਅਤੇ ਤਕਰੀਬਨ 4-5 ਸਾਲ ਪਹਿਲਾਂ ਅਸੀਂ ਉਹ ਐਸੋਸੀਏਸ਼ਨ ਹੈ ਜਿਹੜੀ ਫਾਰਮ ਕੀਤੀ ਅਤੇ ਉਹਨੂੰ ਫਿਰ ਅਸੀਂ ਰਜਿਸਟਰਡ ਵੀ ਕਰਵਾਇਆ। ਅਤੇ ਉਸ ਤੋਂ ਬਾਅਦ ਫਿਰ ਅਸੀਂ ਪਹਿਲਾਂ ਤਾਂ ਥੋੜ੍ਹੀ ਸਾਈਕਲਿੰਗ ਕਰਦੇ ਸੀ, ਨੇੜੇ ਤੇੜੇ ਜਾਂਦੇ ਸੀ, ਅਤੇ ਫਿਰ ਹੋਰ ਕਈ ਕਲੱਬਸ ਤੋਂ ਅਸੀਂ ਬੜਾ ਉਹਨਾਂ ਤੋਂ ਪ੍ਰਭਾਵਿਤ ਹੋਏ ਅਸੀਂ। ਅਤੇ ਫਿਰ ਅਸੀਂ ਕਾਫੀ ਸਾਰੀਆਂ ਲੰਬੀਆਂ ਰਾਈਡਸ ਜਿਹੜੀਆਂ ਅਸੀਂ ਸੋਚਿਆ ਕਿ ਸਿਰਫ ਜਾਗਰਤੀ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੀ ਨਹੀਂ, ਵੀ ਆਪਾਂ ਥਰੂ ਆਊਟ ਪੰਜਾਬ ਇਹਦੇ ਦੇ ਉੱਤੇ ਕੰਮ ਕਰੀਏ। ਸ਼ੁਰੂਆਤ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਲੋਕ ਮਜ਼ਾਕ ਕਰਦੇ ਸੀ, ਤੁਸੀਂ ਕੰਜੂਸੀ ਕਰਦੇ ਹੋ, ਅਸੀਂ ਤੁਹਾਡੇ ਮੋਟਰਸਾਈਕਲ 'ਚ ਤੇਲ ਪਵਾ ਦਿੰਦੇ ਹਾਂ, ਜਾਂ ਦੱਸੋ ਲਿਆ ਕੀ ਕੰਮ ਫੜ ਲਿਆ, ਤੁਸੀਂ ਸਾਈਕਲ ਚੱਕ ਕੇ ਤੁਰੇ ਰਹਿੰਦੇ ਹੋ। ਕਈ ਤਰ੍ਹਾਂ ਦੇ ਇੱਦਾਂ ਦੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਪਰ ਅਸੀਂ ਉਹਨਾਂ ਨੂੰ ਮਤਲਬ ਦਰਕਿਨਾਰ ਕਰਦੇ ਹੋਏ ਅਸੀਂ ਆਪਣਾ ਚੱਲਦੇ ਰਹੇ। ਅਤੇ ਹੁਣ ਤੱਕ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਅਸੀਂ ਬਹੁਤ ਸਾਰੀਆਂ ਵੱਡੀਆਂ ਰਾਈਡਸ ਜਿਹੜੀਆਂ ਉਹ ਕੀਤੀਆਂ ਨੇ, ਜਿਹਦੇ ਵਿੱਚ ਅਸੀਂ ਪੰਜਾਬ ਦੇ ਇੱਕ ਕੋਨੇ ਤੋਂ ਲੈ ਕੇ ਅਸੀਂ ਪੰਜਾਬ ਦੇ ਦੂਸਰੇ ਕੋਨੇ ਤੱਕ ਗਏ ਹਾਂ। ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਜੇਕਰ ਮੈਂ ਗੱਲ ਕਰਾਂ ਤਾਂ ਅਸੀਂ ਰਾਈਡ ਜਿਹੜੀ ਕੀਤੀ ਹੈ, ਜਿਹਦੇ 'ਚ ਅਸੀਂ ਅਨੰਦਪੁਰ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਸ ਤੋਂ ਬਾਅਦ ਅਸੀਂ ਫਿਰ ਅਗਲੀ ਰਾਈਡ ਜਿਹੜੀ ਕੀਤੀ ਸੀ ਉਹ ਸੀ ਅਨੰਦਪੁਰ ਸਾਹਿਬ ਤੋਂ ਬਠਿੰਡਾ ਤਲਵੰਡੀ ਸਾਬੋ, ਦਮਦਮਾ ਸਾਹਿਬ, ਤਖਤ ਸਾਹਿਬ ਦੇ ਉੱਤੇ। ਅਤੇ ਉਸ ਤੋਂ ਅਗਲੀ ਰਾਈਡ ਸੀ ਸਾਡੀ ਅਨੰਦਪੁਰ ਸਾਹਿਬ ਤੋਂ ਸੁਲਤਾਨਪੁਰ ਲੋਧੀ, ਅਸੀਂ ਉੱਥੇ ਰਾਈਡ ਦੇ ਉੱਤੇ ਗਏ। ਇਸ ਤੋਂ ਇਲਾਵਾ ਆਪਣਾ ਸਾਰਾ ਹੀ ਇਲਾਕਾ ਤਾਂ ਅਸੀਂ ਕਵਰ ਕੀਤਾ ਹੀ, ਆਪਣਾ ਜ਼ਿਲ੍ਹਾ ਤਾਂ ਅਸੀਂ ਕਵਰ ਕੀਤਾ ਹੀ। ਇਸ ਤੋਂ ਇਲਾਵਾ ਅਸੀਂ ਹਿਮਾਚਲ ਦੇ ਵਿੱਚ ਵੀ ਬਹੁਤ ਸਾਰੀਆਂ ਰਾਈਡਸ ਕੰਡਕਟ ਕੀਤੀਆਂ। ਅਤੇ ਪੰਜਾਬ ਦੇ ਖੇਡ ਵਿਭਾਗ ਵੱਲੋਂ 550 ਸਾਲਾ ਇੱਕ ਸਾਈਕਲ ਰੈਲੀ ਜਿਹੜੀ ਆਯੋਜਿਤ ਕੀਤੀ ਗਈ ਸੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ, ਉਹਦੇ ਵਿੱਚ ਵੀ ਸਾਡੀ ਐਸੋਸੀਏਸ਼ਨ ਨੇ ਪਾਰਟੀਸਪੇਟ ਕੀਤਾ, ਭਾਗ ਲਿਆ ਸੀ। ਅਤੇ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ, ਹੁਣ ਤੁਸੀਂ ਖੁਦ ਗਵਾਹ ਇਸ ਗੱਲ ਦੇ ਕਿ ਤੁਸੀਂ ਸ਼ਾਮ ਨੂੰ ਜਾਂ ਸਵੇਰ ਨੂੰ ਕਿਤੇ ਆਪਣੇ ਨਹਿਰਾਂ ਦੇ ਕੰਢੇ ਗੇੜਾ ਮਾਰ ਕੇ ਦੇਖਿਓ ਤਾਂ ਤੁਹਾਨੂੰ ਸਾਈਕਲਿਸਟ ਹੀ ਸਾਈਕਲਿਸਟ ਮਿਲਣਗੇ। ਅਤੇ ਮਤਲਬ ਇਹ ਸਾਡੀ ਕਾਮਯਾਬੀ ਹੈ ਕਿ ਇੱਕ ਸਾਈਕਲ ਦੇ ਉੱਤੇ ਚੜ੍ਹਨ ਨੂੰ ਜਿਹੜੇ ਬੰਦੇ ਹੈਜ਼ੀਟੇਟ ਕਰਦੇ ਸੀ, ਸ਼ਰਮਾਉਂਦੇ ਸੀ, ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਸਟੈਂਡਰਡ ਜਿਹੜਾ ਉਹ ਘਟ ਜਾਣਾ ਹੈ, ਪਰ ਅੱਜ ਲੋਕੀ ਸ਼ਾਨ ਦੇ ਨਾਲ ਸਾਈਕਲ ਚਲਾ ਰਿਹਾ, ਸਾਰਾ ਅਨੰਦਪੁਰ ਸਾਹਿਬ ਸਾਈਕਲ ਚਲਾ ਰਿਹਾ। ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਅਸੀਂ ਗਿਣਵੇਂ ਚੁਣਵੇਂ ਜਿਹੇ ਬੰਦੇ ਸੀਗੇ। ਰੋਪੜ ਜ਼ਿਲ੍ਹੇ ਦੇ ਵਿੱਚ ਵੀ ਮੈਨੂੰ ਕੋਈ ਇੱਦਾਂ ਦੇ ਸਾਥੀ ਸਾਡੇ ਬਹੁਤੇ ਮਿਲੇ ਨਹੀਂ ਹੈਗੇ ਉਸ ਵੇਲੇ ਜਦੋਂ ਅਸੀਂ ਸ਼ੁਰੂ ਕੀਤਾ ਸੀ। ਪਰ ਹੁਣ ਇਹ ਕਹਿ ਲਓ ਤੁਸੀਂ ਵੀ ਇੱਕ ਰੈਵੋਲੂਸ਼ਨ, ਮੈਂ ਕਹੂੰਗਾ ਵੀ ਇੱਕ ਕ੍ਰਾਂਤੀ ਉਹ ਆ ਗਈ ਹੈ ਸਾਈਕਲ ਚਲਾਉਣ ਦੇ ਮਾਮਲੇ ਦੇ ਵਿੱਚ ਵੀ। ਬੱਚੇ, ਬੁੱਢੇ, ਬਜ਼ੁਰਗ, ਲੇਡੀਜ਼ ਸਾਰੇ ਹੀ ਸਾਈਕਲ ਚਲਾ ਰਹੇ। ਔਰ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਮੇਰੇ ਮਿਸਿਸ ਵੀ ਸਾਈਕਲਿੰਗ ਕਰਦੇ ਆ, ਅਤੇ ਉਹਨਾਂ ਨੇ ਵੀ ਹੁਣ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਹੋਇਆ ਸੀਗਾ, ਉਸ ਸਮੇਂ ਦੇ ਦੌਰਾਨ ਉਹਨਾਂ ਨੇ ਵੀ 550 ਕਿਲੋਮੀਟਰ ਸਾਈਕਲਿੰਗ ਜਿਹੜੀ ਕੀਤੀ ਹੈ, ਅਤੇ ਹੁਣ ਵੀ ਉਹ ਮੇਰੇ ਨਾਲ ਸਾਈਕਲਿੰਗ ਕਰਦੇ ਆ। ਸੋ ਇੱਕ ਚੰਗੀ ਗੱਲ ਹੈ ਕਿ ਸਾਈਕਲਿੰਗ ਨੂੰ ਪ੍ਰਮੋਟ ਕੀਤਾ, ਔਰ ਅੱਜ ਬੱਚਾ ਹਰੇਕ ਬੰਦਾ ਜਿਹੜਾ ਉਹ ਸਾਈਕਲ ਚਲਾ ਰਿਹਾ ਹੈ, ਔਰ ਪ੍ਰਦੂਸ਼ਣ ਵੀ ਹੈ ਨਹੀਂ ਇਹਦੇ ਨਾਲ, ਆਪਣੀ ਸਿਹਤ ਵੀ ਠੀਕ ਰਹਿੰਦੀ ਹੈ, ਔਰ ਫਾਇਦੇ ਹੀ ਫਾਇਦੇ ਨੇ ਸਾਈਕਲਿੰਗ ਕਰਨ ਦੇ। ਔਰ ਉਹ ਥਾਵਾਂ ਜਿਨ੍ਹਾਂ 'ਚ ਅਸੀਂ ਕਾਰਾਂ ਦੇ ਉੱਤੇ ਝੱਟ ਨਿਕਲ ਜਾਂਦੇ ਸੀ, ਮੋਟਰਸਾਈਕਲਾਂ 'ਤੇ, ਪਰ ਸਾਡੇ ਇਲਾਕੇ ਦੇ ਵਿੱਚ ਇੰਨੀ ਕੁਦਰਤੀ ਸੁੰਦਰਤਾ ਹੈ, ਅਸੀਂ ਸਾਈਕਲਾਂ ਦੇ ਉੱਤੇ ਜਾ ਕੇ ਉਹਦਾ ਆਨੰਦ ਮਾਣਿਆ, ਔਰ ਇੱਦਾਂ ਲੱਗਦਾ ਵੀ ਅਸੀਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਆ ਗਏ। ਮਤਲਬ ਇਸ ਤਜਰਬੇ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਸਾਈਕਲ ਚੁੱਕੋ, ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੁੰਮੋ ਅਤੇ ਖੁਦ ਇਸ ਚੀਜ਼ ਨੂੰ ਮਹਿਸੂਸ ਕਰੋ ਅਤੇ ਆਨੰਦ ਮਾਣੋ ਇਸ ਚੀਜ਼ ਦਾ। ਅਤੇ ਤੁਸੀਂ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੇ ਹੋ, ਥੋੜ੍ਹਾ ਜਿਹਾ ਉਹਦੇ ਬਾਰੇ ਜ਼ਿਕਰ ਕਰੋ ਕਿ ਕਿਹੜੀ ਸਮਾਜ ਸੇਵੀ ਸੰਸਥਾ ਆ? ਸਮਾਜ ਸੇਵੀ ਕਈ ਸੰਸਥਾਵਾਂ ਨੇ, ਜਿਵੇਂ ਸਾਡੀ ਐਸੋਸੀਏਸ਼ਨ ਹੀ ਹੈ, ਅਸੀਂ ਵੀ ਕਈ ਜਿਹੜੇ ਸਮਾਜ ਸੇਵਾ ਦੇ ਕੰਮ ਕਰਦੇ ਹਾਂ, ਜਿਵੇਂ ਬਲੱਡ ਡੋਨੇਸ਼ਨ ਕੈਂਪ ਸੀ ਸਾਡੇ ਪਿੱਛੇ ਅਸੀਂ ਕੀਤੇ ਆ। ਅਤੇ ਇਸ ਤੋਂ ਇਲਾਵਾ ਜਿਵੇਂ ਹੁਣੇ ਹੀ ਰੀਸੈਂਟਲੀ ਕਰੋਨਾ ਮਹਾਂਮਾਰੀ ਦੇ ਦੌਰਾਨ ਰਾਸ਼ਨ ਜਿਹੜਾ ਹੈ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ। ਮੈਂ ਇੱਥੇ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਕੋਈ ਫੋਟੋ ਨਹੀਂ ਖਿੱਚੀ, ਅਸੀਂ ਮਤਲਬ ਕਿਸੇ ਤਰ੍ਹਾਂ ਦੀ ਕੋਈ ਆਪਣੀ ਐਡਵਰਟਾਈਜ਼ਮੈਂਟ ਨਹੀਂ ਕੀਤੀ ਬਿਲਕੁਲ ਵੀ। ਅਸੀਂ ਜਿਨ੍ਹਾਂ ਨੂੰ, ਸਾਨੂੰ ਜਿਹੜੇ ਬੰਦੇ ਲੋੜਵੰਦ ਲੱਗਦੇ ਸੀ, ਅਸੀਂ ਚੁੱਪ ਚਪੀਤੇ ਉਹਨਾਂ ਦੇ ਘਰ ਜਾ ਕੇ ਜੋ ਸਾਡੇ ਕੋਲੋਂ ਸਰਦਾ ਸੀ, ਤਕਰੀਬਨ 50 ਪਰਿਵਾਰਾਂ ਨੂੰ ਅਸੀਂ ਜਿਹੜਾ ਰਾਸ਼ਨ ਹੈ, ਰਾਸ਼ਨ ਦੀ ਕਿੱਟ ਬਣਾਈ ਸੀ,
ਉਹ ਪੁੱਜਦੀ ਕੀਤੀ ਹੈ। ਇਸ ਤੋਂ ਇਲਾਵਾ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਹੈ ਆਪਣੇ ਅਨੰਦਪੁਰ ਸਾਹਿਬ ਸਹੋਟਾ ਪਿੰਡ ਦੇ ਵਿੱਚ, ਉਸ ਸੰਸਥਾ ਦੇ ਨਾਲ ਮੈਂ ਜੁੜਿਆ। ਬਹੁਤ ਵਧੀਆ ਕੰਮ ਜਿਹੜਾ ਹੈ ਉਹ ਸੰਸਥਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਗਰੀਬ ਪਰਿਵਾਰਾਂ ਦੇ ਲਈ, ਲੋੜਵੰਦ ਪਰਿਵਾਰਾਂ ਦੇ ਲਈ, ਔਰ ਫ੍ਰੀ ਡਿਸਪੈਂਸਰੀ ਨਸ਼ਿਆਂ ਦੇ ਖਿਲਾਫ। ਅਸੀਂ ਸਾਈਕਲਿੰਗ ਐਸੋਸੀਏਸ਼ਨ ਵੀ ਸਾਡੀ ਕੰਮ ਕਰ ਰਹੀ ਹੈ, ਨਸ਼ਿਆਂ ਦੇ ਖਿਲਾਫ ਵੀ ਕੰਮ ਕਰ ਰਹੇ ਹਾਂ, ਸਮਾਜ ਸੇਵਾ ਦੇ ਲਈ ਵੀ ਕੰਮ ਕਰ ਰਹੇ ਹਾਂ। ਹੋਰ ਕਈ ਸੰਸਥਾਵਾਂ ਨੇ ਜਿਨ੍ਹਾਂ ਦੇ ਨਾਲ ਜੁੜਿਆ ਹੋਇਆ, ਅਤੇ ਕੋਸ਼ਿਸ਼ ਹੁੰਦੀ ਹੈ ਕਿ ਡੈਪੋ ਦੇ ਤੌਰ 'ਤੇ ਵੀ ਮੈਂ ਕੰਮ ਕਰ ਰਿਹਾ। ਮਾਸਟਰ ਟ੍ਰੇਨਰ ਹੈ ਮੈਂ ਆਪਣੇ ਅਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਵਿੱਚ, ਅਤੇ ਡੈਪੋ ਦੇ ਤੌਰ 'ਤੇ ਵੀ ਕੰਮ ਕਰਦੇ ਹਾਂ। ਮੀਟਿੰਗਸ ਲਈ ਪਿੰਡਾਂ ਦੇ ਵਿੱਚ ਵੀ ਜਾਈਦਾ, ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰੀਦਾ। ਕੋਸ਼ਿਸ਼ ਹੈ ਕਿ ਇੱਕ ਦਰਦ ਹੈ ਕਿ ਸਮਾਜ ਦੇ ਲਈ ਚਲੋ ਅਸੀਂ ਕੁਝ ਬਿਹਤਰ ਕਰ ਸਕੀਏ। ਜੇ ਸਾਨੂੰ ਪਰਮਾਤਮਾ ਨੇ ਸਮਰੱਥਾ ਅਤੇ ਸਮਝ ਦਿੱਤੀ ਹੈ, ਅਸੀਂ ਲੋਕਾਂ ਦੇ ਲਈ ਲੋਕਾਂ ਨੂੰ ਕੁਝ ਦੱਸ ਸਕੀਏ। ਔਰ ਜਿਸ ਚਿੱਕੜ ਦੇ ਵਿੱਚ ਸਾਡੀ ਨੌਜਵਾਨੀ ਫਸੀ ਹੋਈ ਹੈ, ਕੋਸ਼ਿਸ਼ ਕਰੀਏ ਕਿ ਆਪਾਂ ਉਹਨਾਂ ਨੌਜਵਾਨਾਂ ਨੂੰ ਵਾਪਸ ਲਿਆਈਏ ਅਤੇ ਨਵੇਂ ਨੌਜਵਾਨਾਂ ਨੂੰ ਉਸ ਪਾਸੇ ਨੂੰ ਜਾਣ ਤੋਂ ਰੋਕ ਲਈਏ। ਅਸੀਂ ਦੇਖਦੇ ਹਾਂ ਜਦੋਂ ਕਿ ਨਵੇਂ ਨੌਜਵਾਨ ਜਿਹੜੇ ਸਾਈਕਲਿਸਟ ਸਾਈਕਲ ਚਲਾਉਂਦੇ ਫਿਰਦੇ ਆ, ਸਾਡੇ ਸਕੂਲਾਂ ਕਾਲਜਾਂ ਦੇ ਗਰਾਊਂਡ ਦੇ ਵਿੱਚ ਜਦੋਂ ਬੱਚਿਆਂ ਨੂੰ ਦੌੜਦੇ ਹੋਏ, ਐਕਸਰਸਾਈਜ਼ ਕਰਦੇ ਹੋਏ, ਕਸਰਤ ਕਰਦੇ ਹੋਏ, ਦੌੜ ਭੱਜ ਕਰਦੇ ਹੋਏ ਦੇਖੀਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਜਿਹੜੀ ਨੌਜਵਾਨੀ ਹੈ ਉਹ ਸਹੀ ਪਾਸੇ ਨੂੰ ਜਾਣੀ ਸ਼ੁਰੂ ਹੋ ਗਈ ਹੈ। ਸੋ ਇਹ ਇੱਕ ਮੈਨੂੰ ਇਹ ਲੱਗਦਾ ਵੀ ਇੱਕ ਸ਼ੁਭ ਸੰਕੇਤ ਹੈ ਸਾਡੇ ਲਈ ਆਉਣ ਵਾਲੇ ਸਮੇਂ। ਕੋਈ ਸਰ ਜੇ ਸੁਪਨੇ ਦੀ ਗੱਲ ਕੀਤੀ ਜਾਵੇ, ਹਰ ਇੱਕ ਦਾ ਸੁਪਨਾ ਹੁੰਦਾ ਆ। ਕੋਈ ਐਸਾ ਸੁਪਨਾ ਜੋ ਅਧੂਰਾ ਰਹਿ ਗਿਆ ਹੋਵੇ ਵੀ ਹਾਂ ਮਨ ਦੇ ਵਿੱਚ ਹੋਵੇ ਵੀ ਜਦੋਂ ਵੀ ਹੋਵੇ ਵੀ ਉਹ ਸੁਪਨਾ ਪੂਰਾ ਕਰਨਾ ਹੈ? ਇੱਕ ਸੁਪਨਾ ਹੈ ਮੇਰਾ ਵੀ ਜੀ। ਮੈਂ ਕਾਲਜ ਸਮੇਂ ਦੇ ਜਦੋਂ ਪੜ੍ਹਦਾ ਸੀ ਤਾਂ ਉਸ ਵੇਲੇ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਸੀ ਕਿ ਮੈਂ ਗਾਇਕ ਬਣਨਾ ਚਾਹੁੰਦਾ ਸੀ, ਜਾਂ ਮੈਂ ਕਲਾਕਾਰ ਬਣਨਾ ਚਾਹੁੰਦਾ ਸੀ, ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਸੀਗਾ ਜੀ। ਗਾਇਕੀ ਦਾ ਸ਼ੌਕ ਤਾਂ ਮੇਰਾ ਪੂਰਾ ਹੋ ਰਿਹਾ, ਨਾਲ ਦੀ ਨਾਲ ਮੈਂ ਕਰ ਰਿਹਾ। ਅਤੇ ਇੱਕ ਮੇਰਾ ਸੁਪਨਾ ਹੈ ਕਿ ਮੈਂ ਕਲਾਕਾਰੀ ਦੇ ਖੇਤਰ ਦੇ ਵਿੱਚ ਵੀ ਹੱਥ ਅਜਮਾਉਣਾ ਚਾਹੁੰਦਾ ਸੀ। ਪਤਾ ਨਹੀਂ ਹੁਣ ਇਹ ਸੁਪਨਾ ਪੂਰਾ ਹੁੰਦਾ ਹੈ ਜਾਂ ਇਹ ਅਧੂਰਾ ਹੀ ਰਹਿੰਦਾ ਹੈ, ਹੁਣ ਸਮਾਂ ਹੀ ਇਸ ਗੱਲ ਦਾ ਜਵਾਬ ਦੇਊਗਾ। ਮਿਹਨਤ ਜਾਰੀ ਰੱਖਣੀ ਚਾਹੀਦੀ ਹੈ, ਕਹਿੰਦੇ ਸੁਪਨੇ ਪੂਰੇ ਹੁੰਦੇ ਨੇ। ਸਰ ਕੋਵਿਡ-19 ਚੱਲ ਰਿਹਾ, ਜੇ ਤੁਸੀਂ ਕੋਵਿਡ-19 ਦੇ ਚੱਲਦਿਆਂ ਦੇਖਿਆ ਜਾਵੇ ਕਿ ਇੱਕ ਅਧਿਆਪਕ ਵਜੋਂ, ਇੱਕ NCC ਅਫਸਰ ਵਜੋਂ, ਇੱਕ ਸਮਾਜ ਸੇਵੀ ਵੱਲੋਂ ਵੀ ਆਪਣੀ ਭੂਮਿਕਾ ਕੀ ਦੇਖਦੇ ਹੋ ਅਤੇ ਨੌਜਵਾਨਾਂ ਦੀ ਭੂਮਿਕਾ ਬਾਰੇ ਕੀ ਸੋਚਦੇ ਹੋ? ਇਹਦੇ 'ਚ ਮੈਂ ਇਹ ਮਹਿਸੂਸ ਕਰਦਾ ਆਪਣੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਰਾਹੀਂ ਮੈਂ ਕੋਸ਼ਿਸ਼ ਵੀ ਕੀਤੀ ਹੈ ਲੋਕਾਂ ਤੱਕ ਮੈਸੇਜ ਪਹੁੰਚਾਉਣ ਦਾ, ਆਪਣੇ ਫੇਸਬੁੱਕ ਦੇ ਜ਼ਰੀਏ, ਆਪਣੇ YouTube ਦੇ ਜ਼ਰੀਏ। ਅਤੇ ਸਾਨੂੰ DG NCC ਵੱਲੋਂ ਵੀ ਹਦਾਇਤਾਂ ਸੀ ਕਿ ਲੋਕਾਂ ਨੂੰ ਇਹਦੇ ਲਈ ਜਾਗਰੂਕ ਕੀਤਾ ਜਾਵੇ। ਉਸ ਜਾਗਰੂਕਤਾ ਦੇ ਲਈ 2 ਮੈਂ ਗੀਤ ਵੀ ਜਿਹੜੇ ਆ ਉਹ ਗਾ ਕੇ ਜਿਹੜੇ ਫੇਸਬੁੱਕ ਦੇ ਉੱਤੇ ਪਾਏ ਸੀ ਜੀ, ਔਰ ਅਲੱਗ-ਅਲੱਗ ਚੈਨਲਾਂ ਦੇ ਉੱਤੇ ਵੀ ਉਹ ਗਏ ਨੇ ਅਤੇ ਲੋਕਾਂ ਨੇ ਬਹੁਤ ਸਰਾਹਿਆ, ਉਹਨਾਂ ਨੂੰ ਬੜਾ ਪਸੰਦ ਕੀਤਾ। ਅਤੇ ਇਸ ਤੋਂ ਇਲਾਵਾ ਮੈਸੇਜਿਸ ਜਿਹੜੇ ਆ ਸਾਡੇ ਜਿੱਦਾਂ ਮੇਰੇ ਜਿਹੜੇ NCC ਕੈਡਟਸ ਹੈਗੇ ਆ, ਉਹਨਾਂ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਰੋਨਾ ਦੇ ਪ੍ਰਤੀ ਵੀਡੀਓਜ਼ ਬਣਾ ਕੇ ਜਾਂ ਕੁਝ ਡਰਾਇੰਗਸ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਮੈਂ ਹੁਣ ਇਹ ਸਮਝਦਾ ਕਿ ਜਾਗਰੂਕਤਾ ਵਾਲਾ ਫੇਜ਼ ਸੀ ਜਿਹੜਾ ਉਹ ਹੁਣ ਪੂਰਾ ਹੋ ਗਿਆ, ਕਿਉਂਕਿ ਹੁਣ ਤਕਰੀਬਨ ਹਰੇਕ ਬੰਦਾ ਹੈ ਜਿਹੜਾ ਉਹ ਕਰੋਨਾ ਦੇ ਪ੍ਰਤੀ ਜਾਗਰੂਕ ਹੈ ਕਿ ਕਿਹੋ ਜਿਹੀ ਬਿਮਾਰੀ ਹੈ, ਇਹ ਕਿਸ ਤਰ੍ਹਾਂ ਫੈਲਦੀ ਹੈ ਅਤੇ ਕਿਸ ਤਰ੍ਹਾਂ ਇਹਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਹ ਆਪਾਂ ਨੂੰ ਹੁਣ ਕਰੀਬ ਸਾਰਿਆਂ ਨੂੰ ਪਤਾ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਅਖਬਾਰ ਮੈਂ ਕਹਿੰਦਾ ਹਜੇ ਹੋ ਸਕਦਾ ਸ਼ਾਇਦ ਹਰੇਕ ਘਰ 'ਚ ਨਾ ਜਾਂਦਾ ਹੋਵੇ, ਬਟ ਸੋਸ਼ਲ ਮੀਡੀਆ ਹਰੇਕ ਬੱਚੇ ਦੇ ਕੋਲ ਆ, ਖਾਸ ਕਰਕੇ ਅੱਜ ਕੱਲ੍ਹ ਦੇ ਨੌਜਵਾਨਾਂ ਦੇ। ਸੋ ਹੁਣ ਗੱਲ ਇਹ ਹੈ ਕਿ ਜਿਹੜੀਆਂ ਸਰਕਾਰ ਨੇ ਜੋ ਸਾਨੂੰ ਹਦਾਇਤਾਂ ਦਿੱਤੀਆਂ ਉਹਨਾਂ ਦਾ ਪਾਲਣ ਕਰਨ ਦੀ ਗੱਲ ਹੈ। ਹੁਣ ਜਿਵੇਂ ਮਾਸਕ ਪਾਉਣ ਦੀ ਗੱਲ ਹੈ, ਜਾਂ ਬਾਹਰੋਂ ਆ ਕੇ ਬਾਰ-ਬਾਰ ਹੱਥ ਧੋਣ ਦੀ ਗੱਲ ਹੈ, ਜਾਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੈ। ਅਤੇ ਹੁਣ ਜੇ ਆਪਾਂ ਬਾਜ਼ਾਰ ਦੇ ਵਿੱਚ ਨਿਕਲਦੇ ਹਾਂ ਜਾਂ ਕਿਤੇ ਆਪਾਂ ਹੋਰ ਕਿਤੇ ਪਬਲਿਕ ਜਿਹੜਾ ਕੋਈ ਜਨਤਕ ਥਾਵਾਂ ਦੇ ਉੱਤੇ ਜਾਈਏ ਤਾਂ ਉੱਥੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਲੋਕ ਬੜੇ ਕਾਹਲੀ ਦੇ ਵਿੱਚ ਨੇ, ਭੀੜ ਭੜੱਕਾ, ਔਰ ਮਤਲਬ ਉੱਥੇ ਕਿਸੇ ਤਰ੍ਹਾਂ ਦੀ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈ। ਇਹ ਇੱਕ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਇਸ ਗੱਲ ਦੇ ਲਈ ਕਿ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਇੱਕ ਜਿਹੜਾ ਜੋ ਸਰਕਾਰ ਦੀਆਂ ਹਦਾਇਤਾਂ ਨੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਔਰ ਇਸ ਜਿਵੇਂ ਤੁਸੀਂ NCC ਅਫਸਰ ਦੇ ਤੌਰ 'ਤੇ ਕਿਹਾ, ਮੈਂ ਤੁਹਾਨੂੰ ਦੱਸਿਆ, ਇਸ ਤੋਂ ਇਲਾਵਾ NCC ਕੈਡਟਸ ਜਿਹੜੇ ਆ ਉਹ ਵੀ ਅਲੱਗ-ਅਲੱਗ ਥਾਵਾਂ 'ਤੇ ਡਿਊਟੀਜ਼ ਕਰ ਰਹੇ ਆ। ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ, ਅਲੱਗ-ਅਲੱਗ ਥਾਵਾਂ ਦੇ ਉੱਤੇ ਡਿਊਟੀਆਂ ਲੱਗੀਆਂ ਹੋਈਆਂ, ਜਿੱਥੇ ਉਹ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹ ਮੇਨਟੇਨ ਕਰ ਰਹੇ ਆ, ਜਾਂ ਜੇ ਕਿਤੇ ਲੋੜਵੰਦ ਹੈਗੇ ਨੇ ਉਹਨਾਂ ਨੂੰ ਜਿਵੇਂ ਰਾਸ਼ਨ ਸਮੱਗਰੀ ਵੰਡਣੀ ਹੈ। ਇਹ ਵੀ ਪੂਰੇ ਇੰਡੀਆ ਦੇ ਵਿੱਚ ਜਿਹੜੇ NCC ਕੈਡਟਸ ਆ ਉਹ ਕੰਮ ਕਰ ਰਹੇ ਆ, ਔਰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੰਮ ਜਿਹੜਾ ਉਹ ਕਰ ਰਹੇ ਆ। ਅਸੀਂ ਸਾਰੇ ਆਪਣੇ ਵੱਲੋਂ ਜਿੰਨਾ ਅਸੀਂ ਕਰ ਸਕਦੇ ਹਾਂ ਉਸ ਹਿਸਾਬ ਦੇ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ।
ਸਰ ਜੇਕਰ ਗੱਲ ਕੀਤੀ ਜਾਵੇ ਭਾਰਤ ਚੀਨ ਸੰਬੰਧ ਦੀ, ਤੁਸੀਂ ਐਨਸੀਸੀ ਅਫਸਰ ਹੋ, ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਭਾਰਤ ਚੀਨ ਦੇ ਵਿੱਚ ਜਿਹੜਾ ਤਣਾਅ ਪੈਦਾ ਹੋਇਆ ਹੈ? ਇਹ ਸਰਹੱਦਾਂ ਦੇ ਉੱਤੇ ਤਣਾਅ ਸਾਡਾ ਗੁਆਂਢੀ ਦੇਸ਼ਾਂ ਦੇ ਨਾਲ ਚੱਲਦਾ ਹੀ ਰਹਿੰਦਾ। ਪਾਕਿਸਤਾਨ ਦੇ ਨਾਲ ਵੀ ਤਣਾਅ ਬਣਿਆ ਹੋਇਆ ਜੀ। ਤੇ ਚੀਨ ਦੇ ਨਾਲ ਵੀ ਤਣਾਅ ਜਿਹੜਾ ਹੁਣ ਕਾਫੀ ਜ਼ਿਆਦਾ ਵਧਿਆ, ਬੜਾ ਜ਼ਿਆਦਾ ਜਾਨੀ ਨੁਕਸਾਨ ਜਿਹੜਾ ਸਾਨੂੰ ਝੱਲਣਾ ਪਿਆ। ਸਾਡੇ ਬਹੁਤ ਸਾਰੇ ਜਵਾਨ ਜਿਹੜੇ ਆ ਹੁਣ ਸ਼ਹੀਦ ਹੋਏ ਆ ਤੇ ਮੈਂ ਸਮਝਦਾ ਵੀ ਇਹ ਬੜਾ ਮੰਦਭਾਗਾ ਹੈ। ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਜਿਹੜੀ ਚੀਨ ਦੇ ਵੱਲੋਂ ਉਹ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ, ਉੱਥੇ ਆਪਣਾ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਕੀਤਾ ਜਾ ਰਿਹਾ ਹੈ, ਇਹ ਬੜੀ ਮਾੜੀ ਗੱਲ ਹੈ ਔਰ ਦੋਨਾਂ ਦੇਸ਼ਾਂ ਨੂੰ ਇਸ ਚੀਜ਼ ਦਾ ਨੁਕਸਾਨ ਉਠਾਉਣਾ ਪੈ ਰਿਹਾ ਕਿਉਂਕਿ ਜੇ ਸਾਡੇ ਜਵਾਨ ਸ਼ਹੀਦ ਹੋਏ ਨੇ ਤਾਂ ਉਧਰ ਵੀ ਬੜਾ ਜਾਨੀ ਨੁਕਸਾਨ ਹੋਇਆ ਤੇ ਜੇ ਇੱਕ ਮਾਨਵਤਾਵਾਦੀ ਹੋਣ ਦੇ ਤੌਰ ਤੇ ਆਪਾਂ ਗੱਲ ਕਰੀਏ ਤਾਂ ਇਹ ਗੱਲ ਬੜੀ ਮਾੜੀ ਹੈ। ਔਰ ਜੇਕਰ ਦੋਨਾਂ ਦੇਸ਼ਾਂ ਦੇ ਵਿਚਕਾਰ ਤਣਾਅ ਹੁੰਦਾ ਹੈ ਤਾਂ ਘਾਣ ਦੋਨੇ ਪਾਸੇ ਹੋਣੀ। ਤੇ ਜੇ ਅਸੀਂ ਇਹ ਗੱਲ ਕਰੀਏ ਕਿਉਂਕਿ ਜਿਨ੍ਹਾਂ ਦੇ ਬੱਚੇ ਫੌਜ ਦੇ ਵਿੱਚ ਹੈ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਦੋ ਦੇਸ਼ਾਂ ਦੇ ਵਿੱਚ ਲੜਾਈ ਲੱਗੇ। ਤੇ ਮੈਂ ਵੀ ਇਹ ਸੋਚਦਾ ਕਿ ਇਹ ਜਿਹੜਾ ਮਸਲਾ ਹੈ ਜਿਹੜਾ ਖੜਾ ਹੋਇਆ ਹੈ, ਸੋ ਸਾਡੀਆਂ ਸਰਕਾਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਕੂਟਨੀਤਿਕ ਤਰੀਕੇ ਦੇ ਨਾਲ ਇਹ ਜਿਹੜਾ ਮਸਲਾ ਹੈਗਾ ਇਹਨੂੰ ਹੱਲ ਕੀਤਾ ਜਾਵੇ ਕਿਉਂਕਿ ਜੇਕਰ ਇਹ ਲੜਾਈ ਲੱਗਦੀ ਹੈ ਤਾਂ ਇਹ ਲੜਾਈ ਦੋ ਦੇਸ਼ਾਂ ਦੇ ਵਿਚਕਾਰ ਲੜਾਈ ਨਹੀਂ ਹੋਊਗੀ ਤੇ ਜਿਵੇਂ ਮਾਹਰ ਦੱਸਦੇ ਆ ਕਿ ਹੋ ਸਕਦਾ ਹੈ ਕਿਤੇ ਤੀਸਰਾ ਵਿਸ਼ਵ ਯੁੱਧ ਹੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇ, ਜਿਹੜਾ ਆਉਣ ਵਾਲੀ ਮਾਨਵਤਾ ਦੇ ਲਈ ਬੜਾ ਘਾਤਕ ਸਿੱਧ ਹੋ ਸਕਦਾ ਹੈ। ਸੋ ਕੂਟਨੀਤਿਕ ਤਰੀਕੇ ਦੇ ਨਾਲ ਇਹ ਜਿਸ ਤਰ੍ਹਾਂ ਦਾ ਮਸਲਾ ਖੜਾ ਹੋਇਆ ਔਰ ਕੂਟਨੀਤਿਕ ਤਰੀਕੇ ਦੇ ਨਾਲ ਕੋਸ਼ਿਸ਼ਾਂ ਜਾਰੀ ਨੇ ਤੇ ਬਿਲਕੁਲ ਕੂਟਨੀਤਿਕ ਤਰੀਕੇ ਦੇ ਨਾਲ ਜੇ ਇਹਦਾ ਹੱਲ ਲੱਭਿਆ ਜਾਵੇ ਤਾਂ ਉਹ ਜ਼ਿਆਦਾ ਵਧੀਆ ਰਹੇਗਾ। ਔਰ ਇਹ ਗੱਲ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ ਕਿ ਚੀਨ ਜਿਹੜਾ ਹੈ ਉਹ ਘੁਸਪੈਠ ਕਰੇ, ਸਾਡੇ ਇਲਾਕੇ ਨੂੰ ਦੱਬਣ ਦੀ ਕੋਸ਼ਿਸ਼ ਕਰੇ। ਇਹ ਬਹੁਤ ਨਿੰਦਣਯੋਗ ਹੈ, ਬੜੀ ਮਾੜੀ ਗੱਲ ਹੈ ਤੇ ਚੀਨ ਨੂੰ ਵੀ ਇਹ ਜਿਹੜੀਆਂ ਸਾਮਰਾਜਵਾਦੀ ਨੀਤੀਆਂ ਨੇ ਉਹਨਾਂ ਦਾ ਤਿਆਗ ਕਰਨਾ ਚਾਹੀਦਾ। ਸਰ ਆਖਰੀ ਸਵਾਲ, ਜੇ ਸੰਦੇਸ਼ ਦੇਣਾ ਹੋਵੇ ਸਮਾਜ ਨੂੰ, ਕੀ ਸੰਦੇਸ਼ ਦਿਓਗੇ? ਸੰਦੇਸ਼ ਤਾਂ ਮੈਂ ਇਹੀ ਦਵਾਂਗਾ ਜੀ ਕਿ ਸਾਨੂੰ ਸਾਰਿਆਂ ਨੂੰ ਕਸਰਤ ਕਰਦੇ ਰਹਿਣਾ ਚਾਹੀਦਾ, ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਆਪਾਂ ਪੜ੍ਹਿਆ ਸੁਣਿਆ ਸਾਰਿਆਂ ਨੇ ਕਿ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਮਨ ਜਿਹੜਾ ਉਹ ਨਿਵਾਸ ਕਰਦਾ। ਜੇ ਸਰੀਰ ਤੰਦਰੁਸਤ ਹੋਊਗਾ, ਸਰੀਰ ਨਰੋਆ ਹੋਊਗਾ ਤੇ ਮਨ ਵੀ ਨਰੋਆ ਹੋਊਗਾ ਤੇ ਜੇ ਮਨ ਨਰੋਆ ਹੋਊਗਾ ਤਾਂ ਮਨ ਦੇ ਅੰਦਰ ਨਰੋਏ ਵਿਚਾਰ ਆਉਣਗੇ। ਜੇ ਨਰੋਏ ਵਿਚਾਰ ਆਉਣਗੇ ਤਾਂ ਇੱਕ ਆਦਰਸ਼ ਸਮਾਜ, ਇੱਕ ਚੰਗੇ ਸਮਾਜ ਦੀ ਸਿਰਜਣਾ ਜਿਹੜੀ ਉਹ ਆਪਾਂ ਕਰ ਸਕਦੇ ਹਾਂ। ਸੋ ਸਾਰਿਆਂ ਨੂੰ ਹੀ ਮੈਂ ਜਿੰਨੇ ਵੀ ਜਿਹੜੇ ਨਿਡਰ ਸੋਚ ਦੇਖ ਰਹੇ ਆ ਸਾਰੇ ਦਰਸ਼ਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਹੀ ਸਮਾਂ ਕੱਢੋ, ਕਸਰਤ ਕਰੋ ਔਰ ਆਪਣੇ ਆਪ ਨੂੰ ਨਿਰੋਗ ਰੱਖੋ। ਜਿਵੇਂ ਸਿਆਣੇ ਕਹਿੰਦੇ ਆ, ਪਹਿਲਾ ਸੁੱਖ ਨਿਰੋਗੀ ਕਾਇਆ, ਦੂਜਾ ਸੁੱਖ ਜੇ ਘਰ ਵਿੱਚ ਮਾਇਆ, ਤੀਜਾ ਸੁੱਖ ਗੁਣਵੰਤੀ ਨਾਰ, ਚੌਥਾ ਸੁੱਖ ਜੇ ਪੁੱਤ ਆਗਿਆ ਕਰ। ਸੋ ਸਭ ਤੋਂ ਪਹਿਲਾ ਸੁੱਖ ਹੀ ਇਹੀ ਹੈ ਕਿ ਤੁਹਾਡਾ ਸਰੀਰ ਜੇਕਰ ਤੰਦਰੁਸਤ ਹੈ ਤਾਂ ਤੁਸੀਂ ਸਾਰੀ ਦੁਨੀਆ ਦੇ ਰਾਜੀ ਹੋ। ਸੋ ਇਸ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੇ ਪਰਮਾਤਮਾ ਨੂੰ ਯਾਦ ਰੱਖੋ, ਰੱਬ ਨੂੰ ਯਾਦ ਰੱਖੋ ਔਰ ਜਿੱਥੇ ਵੀ ਤੁਹਾਡੀ ਕਿਤੇ ਡਿਊਟੀ ਲੱਗੀ ਹੋਈ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਦੇ ਰਹੋ ਤੇ ਸਮਾਜ ਦੇ ਲਈ ਕੁਝ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਆਪਾਂ ਮਿਲ ਕੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕਰ ਸਕੀਏ। ਸੋ ਇਹ ਸਨ ਰਣਜੀਤ ਸਿੰਘ ਜੀ, ਜਿਨ੍ਹਾਂ ਆਪਣੇ ਤਜਰਬੇ ਜਿਹੜੇ ਨਿੱਜੀ ਤਜਰਬੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਉੱਥੇ ਹੀ ਨਾਲ ਹੀ ਨਹੀਂ ਦੱਸਿਆ ਕਿ ਐਨਸੀਸੀ ਦਾ ਵਿਦਿਆਰਥੀਆਂ ਲਈ ਕੀ ਲਾਭ ਹੋਵੇਗਾ। ਉਮੀਦ ਕਰਦੇ ਹਾਂ ਤੁਹਾਡੇ ਲਈ ਇਹ ਜਾਣਕਾਰੀ ਭਰਪੂਰ ਰਿਹਾ ਹੋਵੇਗਾ। ਅਗਲੀ ਵਾਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਦਿਓ ਆਗਿਆ, ਧੰਨਵਾਦ।